ਚਟਨੀ ਨਾਲ ਖਾਣੇ ਦਾ ਸਵਾਦ ਦੁੱਗਣਾ ਹੋ ਜਾਂਦਾ ਹੈ। ਤੇ ਅੱਜ ਮੈਂ ਇੱਥੇ 6 ਚਟਨੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ। ਕੁਝ ਚਟਨੀਆਂ ਨੂੰ ਤਾਂ ਆਪਾਂ ਕੁਝ ਸਮੇਂ ਦੇ ਲਈ ਸਟੋਰ ਕਰਕੇ ਵੀ ਰੱਖ ਸਕਦੇ ਹਾਂ। ਤਾਂ ਆਓ ਫਿਰ ਦੇਖਦੇ ਹਾਂ ਇਹ ਚਟਨੀਆਂ ਮੈਂ ਕਿਵੇਂ ਤਿਆਰ ਕੀਤੀਆਂ ਨੇ। ਸਭ ਤੋਂ ਪਹਿਲਾਂ ਬਣਾਵਾਂਗੇ ਆਪਾਂ ਮੂੰਗਰਿਆਂ ਦੀ ਚਟਨੀ। ਇੱਥੇ ਮੈਂ ਮੂੰਗਰਿਆਂ ਦੀ ਇੱਕ ਗੁੱਛੀ ਲਈ ਹੈ ਤੇ ਇਹਨਾਂ ਨੂੰ ਧੋ ਕੇ ਕੱਟ ਲਿਆ। ਤੇ ਹੁਣ ਦੋਰੀ ਵਿੱਚ 4 ਮਿਰਚਾਂ ਨੂੰ ਅੱਧਾ ਕਰਕੇ ਆਪਾਂ ਪਾ ਦਿੱਤਾ ਤੇ ਨਾਲ ਹੀ ਪਾ ਦਿੱਤਾ ਅੱਧਾ ਚਮਚ ਨਮਕ। ਹੁਣ ਇਹਨਾਂ ਨੂੰ ਡੰਡੇ ਦੇ ਨਾਲ ਚੰਗੀ ਤਰ੍ਹਾਂ ਕੁੱਟ ਲੈਣਾ। ਨਮਕ ਦੇ ਨਾਲ ਮਿਰਚਾਂ ਬਹੁਤ ਵਧੀਆ ਕੁੱਟੀਆਂ ਜਾਂਦੀਆਂ ਨੇ। ਇਸ ਤੋਂ ਬਾਅਦ ਆਪਾਂ ਮੂੰਗਰੇ ਪਾ ਕੇ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਕੁੱਟਾਂਗੇ। ਸਾਰੇ ਮੂੰਗਰਿਆਂ ਨੂੰ ਕੁੱਟਣ ਤੋਂ ਬਾਅਦ ਇਹਦੇ ਵਿੱਚ ਧਨੀਆ ਪਾ ਦਿਆਂਗੇ। ਇੱਥੇ ਮੈਂ ਧਨੀਆ ਕੱਟ ਕੇ ਪਾਇਆ ਤੇ ਇਹਨੂੰ ਵੀ ਆਪਾਂ ਕੁੱਟ ਲੈਣਾ। ਜਦੋਂ ਸਾਰੀ ਚਟਨੀ ਕੁੱਟੀ ਗਈ ਤੇ ਇਹਦੇ ਵਿੱਚ ਥੋੜਾ ਜਿਹਾ ਆਪਾਂ ਨਿਚੋੜਾਂਗੇ ਨਿੰਬੂ। ਥੋੜਾ ਜਿਹਾ ਨਿੰਬੂ ਨਿਚੋੜਨ ਤੋਂ ਬਾਅਦ ਇਹਨੂੰ ਆਪਾਂ ਕੱਢ ਲਵਾਂਗੇ ਤੇ ਮੂੰਗਰਿਆਂ ਦੀ ਚਟਪਟੀ ਹਾਜ਼ਮੇਦਾਰ ਚਟਨੀ ਬਿਲਕੁਲ ਤਿਆਰ ਹੈ ਜੀ। ਇਹਨੂੰ ਆਪਾਂ ਪਰੌਂਠਿਆਂ ਦੇ ਨਾਲ ਖਾ ਸਕਦੇ ਹਾਂ। ਇਹਨੂੰ ਆਪਾਂ ਸਟੋਰ ਨਹੀਂ ਕਰਨਾ, ਇਹਨੂੰ ਨਾਲ ਦੀ ਨਾਲ ਹੀ ਖਾਵਾਂਗੇ। ਤੇ ਹੁਣ ਆਪਾਂ ਬਣਾਵਾਂਗੇ ਔਲਿਆਂ ਦੀ ਚਟਨੀ। ਔਲਿਆਂ ਦਾ ਸੀਜ਼ਨ ਚੱਲ ਰਿਹਾ ਤੇ ਇਸ ਸੀਜ਼ਨ ਵਿੱਚ ਹੀ ਔਲੇ ਆਉਂਦੇ ਨੇ ਤੇ ਇਹਨਾਂ ਨੂੰ ਜ਼ਰੂਰ ਕਿਸੇ ਨਾ ਕਿਸੇ ਰੂਪ ਵਿੱਚ ਖਾਣਾ ਚਾਹੀਦਾ। ਚਾਹੇ ਚਾਰ ਦੇ ਰੂਪ ਵਿੱਚ ਖਾਈਏ, ਚਾਹੇ ਮੁਰੱਬੇ ਦੇ ਰੂਪ ਵਿੱਚ, ਚਾਹੇ ਖਾਈਏ ਚਟਨੀਆਂ। ਜਿਸ ਤਰ੍ਹਾਂ ਵੀ ਹੋਵੇ ਆਪਾਂ ਨੂੰ ਔਲਾ ਜ਼ਰੂਰ ਹੀ ਆਪਣੀ ਡਾਈਟ ਦੇ ਵਿੱਚ ਸ਼ਾਮਲ ਕਰਨਾ ਚਾਹੀਦਾ। ਤੇ ਇੱਥੇ ਮੈਂ 4 ਔਲੇ ਲਏ ਨੇ। ਇਹਨਾਂ ਨੂੰ ਕੱਟ ਕੇ ਸਿੱਧਾ ਹੀ ਮਿਕਸਰ ਜਾਰ ਵਿੱਚ ਪਾ ਰਹੀ ਹਾਂ। ਤੇ ਹੁਣ ਇਹਦੇ ਵਿੱਚ ਪਾ ਦਿਆਂਗੇ ਹਰੀਆਂ ਮਿਰਚਾਂ। 3 ਇੱਥੇ ਮੈਂ ਹਰੀਆਂ ਮਿਰਚਾਂ ਲਈਆਂ ਨੇ। ਤੁਸੀਂ ਹਰੀਆਂ ਮਿਰਚਾਂ ਆਪਣੇ ਟੇਸਟ ਦੇ ਅਕੋਰਡਿੰਗ ਲੈ ਸਕਦੇ ਹੋ। ਤੇ ਨਾਲ ਹੀ ਛੋਟਾ ਜਿਹਾ ਟੁਕੜਾ ਅਦਰਕ ਦਾ ਲਿਆ ਏ ਤੇ ਧਨੀਆ ਲਿਆ ਏ। ਸਾਰੀਆਂ ਚੀਜ਼ਾਂ ਨੂੰ ਕੱਟ ਕੇ ਹੁਣ ਇਹਦੇ ਵਿੱਚ ਪਾ ਦਿਆਂਗੇ ਥੋੜਾ ਜਿਹਾ ਕਾਲਾ ਨਮਕ, ਥੋੜਾ ਜਿਹਾ ਸੇਂਦਾ ਨਮਕ ਤੇ ਥੋੜੀ ਜਿਹੀ ਮੈਂ ਇੱਥੇ ਲਾਲ ਮਿਰਚ ਵੀ ਪਾਈ ਏ। ਤੁਸੀਂ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ। ਤੇ ਹੁਣ ਇਹ ਸਾਰੇ ਸਮਾਨ ਨੂੰ ਮਿਕਸ ਕਰ ਲਵਾਂਗੇ। ਤੇ ਲਓ ਜੀ, ਆਪਣੀ ਔਲੇ ਦੀ ਚਟਨੀ ਤਿਆਰ। ਇਹਨੂੰ ਬਣਾ ਕੇ 2-3 ਦਿਨਾਂ ਲਈ ਫ੍ਰਿਜ ਵਿੱਚ ਸਟੋਰ ਕਰ ਸਕਦੇ ਹਾਂ। ਹੁਣ ਆਪਾਂ ਬਣਾਵਾਂਗੇ ਬੇਰਾਂ ਦੀ ਚਟਨੀ। ਬੇਰਾਂ ਦੀ ਚਟਨੀ ਵੀ ਬਹੁਤ ਸਵਾਦ ਬਣਦੀ ਹੈ। ਸਭ ਤੋਂ ਪਹਿਲਾਂ ਬੇਰਾਂ ਨੂੰ ਕੁੱਟ ਕੇ ਇਹਨਾਂ ਦੇ ਬੀ ਕੱਢ ਲੈਣੇ ਨੇ। ਇਸ ਤੋਂ ਬਾਅਦ ਆਪਾਂ ਦੋਰੀ ਦੇ ਵਿੱਚ ਪਾਵਾਂਗੇ ਹਰੀਆਂ ਮਿਰਚਾਂ। ਇੱਥੇ ਮੈਂ 2 ਹਰੀਆਂ ਮਿਰਚਾਂ ਲਈਆਂ ਨੇ, ਇਹਨਾਂ ਨੂੰ ਕੁੱਟ ਲਿਆ ਤੇ ਨਾਲ ਹੀ ਅਦਰਕ ਨੂੰ ਪਾ ਕੇ ਇਹਨੂੰ ਵੀ ਕੁੱਟ ਰਹੀ ਹਾਂ। ਹੁਣ ਜਿਹੜੀਆਂ ਬੇਰਾਂ ਦੀਆਂ ਗਿਟਕਾਂ ਕੱਢ ਦਿੱਤੀਆਂ ਸੀ, ਇਹਨਾਂ ਨੂੰ ਆਪਾਂ ਵਿੱਚ ਪਾ ਕੇ ਕੁੱਟ ਲਵਾਂਗੇ ਤੇ ਨਾਲ ਹੀ ਪਾਵਾਂਗੇ ਧਨੀਆ। ਇਹਨੂੰ ਵੀ ਆਪਾਂ ਕੁੱਟ ਲੈਣਾ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਗੜ ਲੈਣ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਆਪਾਂ ਨਮਕ, ਕਾਲਾ ਨਮਕ, ਕਾਲੀ ਮਿਰਚ, ਭੁੰਨਿਆ ਜੀਰਾ ਤੇ ਗੁੜ। ਇਹ ਚੀਜ਼ਾਂ ਨੂੰ ਪਾ ਕੇ ਇੱਕ ਵਾਰੀ ਫਿਰ ਤੋਂ ਇਹਨੂੰ ਆਪਾਂ ਕੁੱਟਾਂਗੇ ਤੇ ਰਗੜਾਂਗੇ। ਇਸ ਚਟਨੀ ਨੂੰ ਵੀ ਬਣਾ ਕੇ ਸਟੋਰ ਨਹੀਂ ਕਰਨਾ, ਨਾਲ ਦੀ ਨਾਲ ਹੀ ਬਣਾ ਕੇ ਇਹਨੂੰ ਸਰਵ ਕਰ ਦੇਣਾ। ਤੇ ਐਂਡ ਵਿੱਚ ਪਾਵਾਂਗੇ ਆਪਾਂ ਨਿੰਬੂ ਪਾ ਕੇ ਚਟਨੀ ਖਾਣ ਲਈ ਤਿਆਰ ਹੈ। ਲਓ ਜੀ, ਬੇਰਾਂ ਦੀ ਖੱਟੀ ਮਿੱਠੀ ਚਟਨੀ ਬਣ ਕੇ ਰੈਡੀ ਹੈ। ਇਹਨੂੰ ਆਪਾਂ ਪਰੌਂਠਿਆਂ ਨਾਲ ਖਾ ਸਕਦੇ ਹਾਂ। ਹੁਣ ਆਪਾਂ ਬਣਾਵਾਂਗੇ ਧਨੀਏ ਪੁਦੀਨੇ ਦੀ ਚਟਨੀ। ਤੇ ਇਹਨੂੰ ਬਣਾਉਣ ਦੇ ਲਈ ਮੈਂ ਇੱਥੇ ਇੱਕ ਗੁੱਛੀ ਧਨੀਆ ਲਿਆ ਤੇ ਨਾਲ ਹੀ ਇੰਨਾ ਹੀ ਲੈ ਲਿਆ ਪੁਦੀਨਾ। ਥੋੜਾ ਜਿਹਾ ਪਾਇਆ ਲਸਣ, ਥੋੜਾ ਜਿਹਾ ਅਦਰਕ ਤੇ ਹਰੀਆਂ ਮਿਰਚਾਂ। ਹਰੀਆਂ ਮਿਰਚਾਂ ਥੋੜੇ ਜਿਹਾ ਜ਼ਿਆਦਾ ਪਾਣੀਆਂ ਨੇ। ਤੇ ਨਾਲ ਹੀ ਪਾ ਦਿੱਤਾ ਥੋੜਾ ਜਿਹਾ ਜੀਰਾ, ਗਰਮ ਮਸਾਲਾ, ਕਾਜੂ, ਨਿੰਬੂ ਦਾ ਰਸ ਤੇ ਬਰਫ਼ ਪਾਈਏ ਤਾਂ ਜੋ ਉਹਦਾ ਰੰਗ ਜਿਹੜਾ ਨਾ ਉਹ ਹਰਾ ਹੀ ਰਵੇ। ਤੇ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਆਪਾਂ ਮਿਕਸ ਕਰ ਲਵਾਂਗੇ। ਤੇ ਲਓ ਜੀ, ਇਹ ਚਟਨੀ ਆਪਣੀ ਬਣ ਕੇ ਰੈਡੀ ਹੋ ਗਈ ਏ। ਇਹ ਆਪਾਂ ਪਕੌੜਿਆਂ ਦੇ ਨਾਲ ਖਾ ਸਕਦੇ ਹਾਂ। ਕੋਈ ਵੀ ਆਪਾਂ ਸਨੈਕ ਖਾਣਾ ਹੋਵੇ ਉਹਦੇ ਨਾਲ ਆਪਾਂ ਇਹ ਖਾ ਸਕਦੇ ਹਾਂ। ਬਹੁਤ ਸਵਾਦ ਲੱਗਦੀ ਏ। ਤੇ ਇਹਨੂੰ ਆਪਾਂ ਸਟੋਰ ਕਰ ਸਕਦੇ ਹਾਂ 9 ਤੋਂ 10 ਦਿਨਾਂ ਲਈ ਫ੍ਰਿਜ ਦੇ ਵਿੱਚ। ਤੇ ਜਦੋਂ ਵੀ ਆਪਾਂ ਕੋਈ ਸਨੈਕ ਬਣਾਵਾਂਗੇ ਇਸ ਚਟਨੀ ਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਹੁਣ ਆਪਾਂ ਬਣਾਵਾਂਗੇ ਅੰਬਾਂ ਦੀ ਚਟਨੀ। ਜਦੋਂ ਅੰਬਾਂ ਦਾ ਸੀਜ਼ਨ ਹੋਵੇ ਤਾਂ ਇਹ ਵਾਲੀ ਚਟਨੀ ਜ਼ਰੂਰ ਹੀ ਬਣਾ ਕੇ ਰੱਖ ਲੈਣੀ ਚਾਹੀਦੀ ਹੈ, ਕਿਉਂਕਿ ਇਹ ਚਟਨੀ ਲੰਬਾ ਚੱਲਦੀ ਹੈ ਤੇ ਅੰਬਾਂ ਦਾ ਸੀਜ਼ਨ ਤੇ ਥੋੜੇ ਸਮੇਂ ਲਈ ਆਉਂਦਾ। ਤੇ ਇੱਥੇ ਮੈਂ ਅੰਬ ਲਏ ਨੇ 1 ਕਿਲੋ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਲਿਆ। ਹੁਣ ਇਹਦੇ ਵਿੱਚ 800 ਗ੍ਰਾਮ ਪਾ ਦਿੱਤਾ ਗੁੜ ਤੇ ਇਹਨੂੰ ਆਪਾਂ ਥੋੜੇ ਚਿਰ ਲਈ ਬਾਹਰ ਹੀ ਰੱਖਿਆ ਸੀ। ਇਸ ਤੋਂ ਬਾਅਦ ਜਦੋਂ ਇਹਨੇ ਪਾਣੀ ਛੱਡ ਦਿੱਤਾ ਤੇ ਹੁਣ ਇਹਨੂੰ ਗੈਸ ਦੇ ਉੱਪਰ ਰੱਖਾਂਗੇ। ਤੇ ਹੁਣ ਮੱਠਾ ਗੈਸ ਕਰਕੇ ਇਹਨੂੰ ਆਪਾਂ ਇਸੇ ਤਰ੍ਹਾਂ ਹੀ ਰਿੰਨ੍ਹਦੇ ਰਹਿਣਾ। ਥੋੜਾ ਚਿਰ ਪਕਾਉਣ ਤੋਂ ਬਾਅਦ ਇਹਦੇ ਵਿੱਚ ਮਸਾਲੇ ਪਾ ਦਿਆਂਗੇ ਜਿਹੜੇ ਸਕਰੀਨ ਉੱਤੇ ਦਿੱਤੇ ਗਏ ਨੇ। ਤੇ ਸਾਰੇ ਮਸਾਲੇ ਪਾ ਕੇ ਇਹਨਾਂ ਨੂੰ ਆਪਾਂ ਮਿਕਸ ਕਰ ਲੈਣਾ ਤੇ ਇਸੇ ਤਰ੍ਹਾਂ ਹੀ ਘੱਟ ਸੇਕ ਦੇ ਉੱਤੇ ਆਪਾਂ ਇਹਨੂੰ ਪਕਾਉਂਦੇ ਰਹਿਣਾ। ਜਦੋਂ ਗਾੜਾ ਹੋਣ ਲੱਗਿਆ ਤਾਂ ਇਹਨੂੰ ਥੋੜਾ ਜਿਹਾ ਆਪਾਂ ਚੈੱਕ ਕਰ ਲਵਾਂਗੇ। ਇੱਕ ਤਾਰ ਬਣ ਗਈ ਤਾਂ ਸਮਝ ਲਓ ਚਟਨੀ ਤਿਆਰ ਹੈ। ਸਭ ਤੋਂ ਐਂਡ ਵਿੱਚ ਆਪਾਂ ਪਾਵਾਂਗੇ ਇਲਾਇਚੀ ਪਾਊਡਰ। ਤੇ ਹੁਣ ਆਪਾਂ ਗੈਸ ਬੰਦ ਕਰ ਦਿਆਂਗੇ। ਤੇ ਠੰਡਾ ਹੋਣ ਤੋਂ ਬਾਅਦ ਇਹ ਚਟਨੀ ਬਣ ਕੇ ਤਿਆਰ ਹੈ। ਤੇ ਇਸ ਚਟਨੀ ਨੂੰ ਆਪਾਂ ਸਟੋਰ ਕਰ ਲਵਾਂਗੇ। ਤੇ ਇਹ ਚਟਨੀ ਆਪਾਂ ਸਾਰਾ ਸਾਲ ਖਾ ਸਕਦੇ ਹਾਂ। ਇੱਕ ਖੱਟੀ ਮਿੱਠੀ ਚਟਨੀ ਰੋਟੀ ਨਾਲ, ਪਰੌਂਠੇ ਨਾਲ ਬਹੁਤ ਸਵਾਦ ਲੱਗਦੀ ਹੈ ਤੇ ਬੱਚੇ ਨੂੰ ਬਹੁਤ ਪਸੰਦ ਕਰਦੇ ਨੇ। ਹੁਣ ਆਪਾਂ ਬਣਾਵਾਂਗੇ ਫਟਾਫਟ ਵਾਲੀ ਇਮਲੀ ਦੀ ਚਟਨੀ। ਫਟਾਫਟ ਵਾਲੀ ਇਸ ਲਈ ਕਿਉਂਕਿ ਇਹਨੂੰ ਪਕਾਉਣਾ ਨਹੀਂ, ਇਹਨੂੰ ਆਪਾਂ ਇਸੇ ਤਰ੍ਹਾਂ ਹੀ ਬਣਾਵਾਂਗੇ। ਇੱਥੇ ਮੈਂ 100 ਗ੍ਰਾਮ ਇਮਲੀ ਨੂੰ ਧੋ ਕੇ ਇਹਦੇ ਵਿੱਚ 1 ਕੱਪ ਪਾਣੀ ਪਾ ਕੇ 20 ਮਿੰਟ ਲਈ ਭਿੱਜਣਾ ਰੱਖ ਦਿੱਤਾ ਸੀ। 20 ਮਿੰਟ ਬਾਅਦ ਆਪਾਂ ਇਹਨਾਂ ਨੂੰ ਛਾਣਨੀ ਦੇ ਨਾਲ ਚੰਗੀ ਤਰ੍ਹਾਂ ਛਾਣ ਲੈਣਾ। ਤੇ ਇਹਦੇ ਵਿੱਚ ਪਾ ਦਿਆਂਗੇ ਗੁੜ ਇੱਥੇ ਮੈਂ 3 ਚਮਚ ਲਿਆ ਏ। ਗੁੜ ਨੂੰ ਪਾ ਕੇ ਇਹਦੇ ਵਿੱਚ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿਆਂਗੇ। ਗੁੜ ਮਿਕਸ ਹੋਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾ ਦਿਆਂਗੇ 1 ਪਿਆਜ਼ ਕੱਟਿਆ ਹੋਇਆ। ਇਹਨੂੰ ਆਪਾਂ ਬਰੀਕ ਕੱਟ ਲੈਣਾ। ਇਸੇ ਤਰ੍ਹਾਂ ਹੀ ਉਬਲਿਆ ਆਲੂ ਵੀ ਬਰੀਕ ਹੀ ਕੱਟ ਲੈਣਾ। ਨਾਲ ਹੀ ਹਰੀਆਂ ਮਿਰਚਾਂ, ਥੋੜਾ ਜਿਹਾ ਕਾਲਾ ਨਮਕ, ਥੋੜਾ ਜਿਹਾ ਸਫੇਦ ਨਮਕ, ਥੋੜੀ ਜਿਹੀ ਲਾਲ ਮਿਰਚ ਤੇ ਥੋੜੀ ਜਿਹੀ ਇਹਦੇ ਵਿੱਚ ਚਿੱਲੀ ਫਲੈਕਸ ਵੀ ਮੈਂ ਪਾਏ ਨੇ। ਤੇ ਸਾਰੇ ਸਮਾਨ ਨੂੰ ਮਿਕਸ ਕਰ ਲੈਣਾ।
ਇਹ ਚਟਨੀ ਬਹੁਤ ਸਵਾਦ ਲੱਗਦੀ, ਭਾਵੇਂ ਰੋਟੀ ਨਾਲ ਖਾਓ ਤੇ ਭਾਵੇਂ ਪਕੌੜਿਆਂ ਦੇ ਨਾਲ। ਹੁਣ ਆਪਾਂ ਬਣਾਵਾਂਗੇ ਲਸਣ ਦੀ ਚਟਨੀ। ਲਸਣ ਦੀ ਚਟਨੀ ਬਣਾਉਣ ਲਈ 2 ਚਮਚ ਕਸ਼ਮੀਰੀ ਲਾਲ ਮਿਰਚਾਂ ਨੂੰ 20 ਮਿੰਟ ਲਈ ਭਿਉਂ ਕੇ ਮੈਂ ਰੱਖ ਦਿੱਤਾ ਤੇ ਨਾਲ ਹੀ ਲਸਣ ਛਿੱਲ ਲਿਆ 1 ਕੌਲੀ। ਹੁਣ ਇੱਕ ਮਿਕਸਰ ਜਾਰ ਦੇ ਵਿੱਚ ਇਹ ਲਾਲ ਮਿਰਚਾਂ ਦਾ ਪੇਸਟ ਤੇ ਲਸਣ ਤੇ ਨਾਲ ਹੀ ਨਮਕ ਪਾ ਕੇ ਆਪਾਂ ਇਹਨੂੰ ਮਿਕਸ ਕਰ ਲੈਣਾ ਤੇ ਇਸ ਤੋਂ ਬਾਅਦ ਤੜਕੇਦਾਨੇ ਵਿੱਚ ਦੇਸੀ ਘਿਓ ਪਾ ਕੇ ਨਾਲ ਹੀ ਪਾ ਕੇ ਜੀਰਾ, ਇਸ ਚਟਨੀ ਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਤੇ ਇਹਨੂੰ ਭੁੰਨਾਂਗੇ। ਜਦੋਂ ਇਸ ਚਟਨੀ ਨੇ ਘਿਓ ਛੱਡ ਦਿੱਤਾ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਪਾਵਾਂਗੇ ਦਹੀਂ। ਦਹੀਂ ਨੂੰ ਪਹਿਲਾਂ ਚੰਗੀ ਤਰ੍ਹਾਂ ਫੈਂਟ ਲੈਣਾ, 2-3 ਚਮਚ ਦਹੀਂ ਲੈਣਾ, ਉਹਨੂੰ ਫੈਂਟਾਂਗੇ ਤੇ ਇਹਦੇ ਵਿੱਚ ਪਾ ਦਿਆਂਗੇ। ਜਦੋਂ ਆਪਾਂ ਦਹੀਂ ਪਾ ਦਿੱਤਾ ਤੇ ਇਸ ਤੋਂ ਬਾਅਦ ਫਿਰ ਆਪਾਂ ਭੁੰਨਾਂਗੇ ਤੇ ਘਿਓ ਛੱਡਣ ਤੱਕ ਇਹ ਚਟਨੀ ਬਣ ਕੇ ਤਿਆਰ ਹੋ ਜਾਣੀ ਹੈ। ਤੇ ਲਓ ਜੀ, ਇਹ ਵੀ ਚਟਨੀ ਬਣ ਕੇ ਤਿਆਰ ਹੈ ਤੇ ਇਹਨੂੰ ਵੀ ਆਪਾਂ ਹਫ਼ਤੇ 10 ਦਿਨਾਂ ਦੇ ਲਈ ਖਾ ਸਕਦੇ ਹਾਂ ਫਰਿੱਜ ਵਿੱਚ ਰੱਖ ਕੇ। ਤੇ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ। ਸਤਿ ਸ਼੍ਰੀ ਅਕਾਲ।